एवरीवन ਹੋਪਫੁਲੀ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਤੁਹਾਨੂੰ ਪਤਾ ਹੈ ਜਿਵੇਂ ਆਪਾਂ ਡੇਲੀ ਬੇਸ ਦੇ ਉੱਤੇ ਪੰਜਾਬੀ ਗ੍ਰਾਮਰ ਦੇ ਡਿਫਰੈਂਟ ਟੌਪਿਕਸ ਨੂੰ ਵਿਦ ਥਿਉਰੀ ਤੇ ਵਿਦ ਐਮਸੀਕਿਊ ਪੂਰੀ ਡਿਟੇਲ ਦੇ ਵਿੱਚ ਡਿਸਕਸ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਡੇਲੀ ਬੇਸ ਦੇ ਉੱਤੇ ਆਪਾਂ ਹਰ ਇੱਕ ਟੌਪਿਕ ਨੂੰ ਜੋ ਗ੍ਰਾਮਰ ਬੇਸ ਦੇ ਨਾਲ ਪੰਜਾਬੀ ਗ੍ਰਾਮਰ ਦੇ ਵਿੱਚ ਬਹੁਤ ਜ਼ਿਆਦਾ ਇੰਪੋਰਟੈਂਟ ਨੇ। ਅਗਰ ਤੁਸੀਂ ਪੰਜਾਬ ਦੇ ਐਗਜ਼ਾਮਸ ਦੀ ਗੱਲ ਕਰੋ ਤਾਂ ਤੁਸੀਂ ਦੇਖਦੇ ਹੋ ਕਿ 10 ਤੋਂ 15 ਨੰਬਰ ਦੀ ਹਰ ਇੱਕ ਐਗਜ਼ਾਮ ਦੇ ਵਿੱਚ ਤੁਹਾਨੂੰ ਪੰਜਾਬੀ ਦੇਖਣ ਨੂੰ ਮਿਲਦੀ ਹੈ ਤੇ ਮੋਸਟ ਆਫ ਬੱਚੇ ਉਸਨੂੰ ਅਵੋਇਡ ਕਰਦੇ ਨੇ। ਵਾਈ ਅਵੋਇਡ ਨਹੀਂ ਕਰਨਾ ਬਈ ਇਹੀ ਨੰਬਰ ਨੇ ਜੋ ਤੁਹਾਨੂੰ ਅੱਗੇ ਲੈ ਕੇ ਜਾਣਗੇ। ਕਾਫੀ ਬੱਚਿਆਂ ਨੂੰ ਹੋਏਗਾ ਕਿ ਕੁਝ ਐਵੇਂ ਦੇ ਕੁਐਸਚਨਸ ਆ ਗਏ ਜੋ ਤੁਹਾਨੂੰ ਉਹਨਾਂ ਨੂੰ ਨਹੀਂ ਆਉਂਦੇ ਬਟ ਤੁਸੀਂ ਲੈਕਚਰ ਲਗਾਏ ਆ ਤੇ ਤੁਹਾਨੂੰ ਆਣਗੇ। ਠੀਕ ਹੈ, ਸੋ ਆਪਾਂ ਪੂਰੀ ਡਿਟੇਲ ਦੇ ਨਾਲ ਹਰ ਇੱਕ ਟੌਪਿਕ ਨੂੰ ਕਰ ਰਹੇ ਹਾਂ। ਆਫਟਰ ਦੈਟ ਆਪਾਂ ਕਲਾਸ ਨੂੰ ਡਿਸਕਸ ਕਰਨ ਤੋਂ ਬਾਅਦ ਪੂਰੀ ਥਿਉਰੀ, ਆਫਟਰ ਦੈਟ ਆਪਾਂ ਐਮਸੀਕਿਊਸ ਨੂੰ ਡਿਸਕਸ ਕਰਦੇ ਹਾਂ ਕਿ ਪੂਰੀ ਥਿਉਰੀ ਦੇ ਵਿੱਚੋਂ ਐਮਸੀਕਿਊ ਕਿਸ ਤਰੀਕੇ ਦੇ ਕਿਸ ਟਾਈਪ ਦੇ ਐਗਜ਼ਾਮੀਨਰ ਚੱਕ ਕੇ ਤੁਹਾਨੂੰ ਦੇ ਸਕਦਾ ਹੈ। ਸੋ ਆਪਾਂ ਆਲਰੇਡੀ ਕਰ ਚੁੱਕੇ हैं नाम पड़नाम ਕਿਰਿਆ ਵਿਸ਼ੇਸ਼ਣ ਆਲਰੇਡੀ ਆਪਣਾ ਡਨ ਹੋ ਚੁੱਕਿਆ ਹੈ। ਸੋ ਅੱਜ ਦਾ ਟੌਪਿਕ ਆਪਣਾ ਰਹੇਗਾ ਸੰਬੰਧਕ। ਸੰਬੰਧਕ ਕੀ ਹੁੰਦਾ ਹੈ, ਕਿਸ ਤਰੀਕੇ ਦਾ ਹੁੰਦਾ ਹੈ, ਕਿੰਨੀ ਟਾਈਪਸ ਦਾ ਹੁੰਦਾ ਹੈ, ਕਿਸ ਬੇਸ ਦੇ ਉੱਤੇ ਇਹਨੂੰ ਵੰਡਿਆ ਗਿਆ ਹੁੰਦਾ ਹੈ। ਸੋ ਆਪਾਂ ਪੂਰੀ ਡਿਟੇਲ ਦੇ ਵਿੱਚ ਡਿਸਕਸ ਕਰਾਂਗੇ। ਆਫਟਰ ਦੈਟ ਆਪਾਂ ਦੇਖਾਂਗੇ ਕਿ ਸੰਬੰਧਕ ਦੇ ਵਿੱਚੋਂ ਕੁਐਸਚਨਸ ਐਗਜ਼ਾਮੀਨਰ ਕਿਵੇਂ ਦੇ ਪੁੱਟ ਕਰਦਾ ਹੈ। ਫਰਸਟਲੀ ਡੈਫੀਨੇਸ਼ਨ ਕੀ ਹੁੰਦੀ ਹੈ, ਸੰਬੰਧਕ ਹੁੰਦਾ ਕੀ ਹੈ। ਕਹਿੰਦੇ ਉਹ ਸ਼ਬਦ ਜੋ ਨਾਂਵ ਜਾਂ ਪੜਨਾਂਵ ਦੇ ਨਾਲ ਲੱਗ ਕੇ ਉਸ ਦੇ ਪਿੱਛੇ ਲੱਗ ਕੇ, ਉਹ ਸ਼ਬਦ ਜੋ ਨਾਂਵ ਜਾਂ ਪੜਨਾਂਵ ਦੇ ਪਿੱਛੇ ਲੱਗ ਕੇ ਉਸ ਦਾ ਬਾਕੀ ਸ਼ਬਦਾਂ ਦੇ ਨਾਲ ਜਾਂ ਬਾਕੀ ਵਾਕਾਂ ਦੇ ਨਾਲ ਜੋ ਸੰਬੰਧ ਬਣਾਉਂਦੇ ਨੇ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ, ਸੰਬੰਧਕ ਕਿਹਾ ਜਾਂਦਾ ਹੈ। ਕਹਿੰਦੇ ਵਾਕ ਵਿੱਚ ਜਿਹੜੇ ਸ਼ਬਦ ਨਾਂਵ ਜਾਂ ਪੜਨਾਂਵ ਦੇ ਪਿੱਛੇ ਲੱਗ ਕੇ ਉਹਨਾਂ ਦਾ ਸੰਬੰਧ, ਉਹਨਾਂ ਦਾ ਰਿਲੇਸ਼ਨ ਵਾਕ ਦੇ ਹੋਰਾਂ ਸ਼ਬਦਾਂ ਦੇ ਨਾਲ ਪ੍ਰਗਟ ਕਰਨ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ, ਉਹਨਾਂ ਨੂੰ ਸੰਬੰਧਕ ਕਿਹਾ ਜਾਂਦਾ ਹੈ। ਜਿਵੇਂ ਦਾ, ਦੇ, ਦੀਆਂ, ਵਿੱਚ, ਨਾਲ, ਤੋਂ ਆਦਿ। ਠੀਕ ਹੈ, ਜਿਵੇਂ ਆਪਾਂ ਪੰਜਾਬੀ ਦੇ ਗ੍ਰਾਮਰ ਵਰਡਸ ਦੀ ਯੂਜ਼ ਨਹੀਂ ਕਰਦੇ ਹੈ, ਦਾ, ਇਸ ਦਾ, ਉਸ ਦਾ, ਉਸ ਦੇ, ਦੀਆਂ, ਉਸ ਦੀਆਂ ਕਿਤਾਬਾਂ ਹਨ। ਠੀਕ ਹੈ, ਸੋ ਉਹ ਸ਼ਬਦ ਬੇਸਿਕਲੀ ਇੱਕ ਸਿੰਪਲ ਲੈਂਗੁਏਜ ਦੇ ਵਿੱਚ ਸਮਝਣ ਦੀ ਕੋਸ਼ਿਸ਼ ਕਰੋ। ਕਹਿੰਦੇ ਉਹ ਸ਼ਬਦ ਜੋ ਨਾਂਵ ਜਾਂ ਪੜਨਾਂਵ ਦੇ ਪਿੱਛੇ ਲੱਗ ਕੇ ਉਹਨਾਂ ਦਾ ਸੰਬੰਧ ਵਾਕ ਦੇ ਦੂਜੇ ਸ਼ਬਦਾਂ ਨਾਲ ਪ੍ਰਗਟ ਕਰਨ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ, ਉਹਨਾਂ ਨੂੰ ਸੰਬੰਧਕ ਕਿਹਾ ਜਾਂਦਾ ਹੈ। ਜਿਵੇਂ ਇਹ ਫॉर ਐਗਜ਼ਾਮਪਲ ਤੁਸੀਂ ਦੇਖੋਗੇ ਇਹ ਕਿਰਪਾਲ ਦਾ ਸਕੂਟਰ ਹੈ। ਦੇਖੋ ਇਹਦੇ ਵਿੱਚ ਨਾਮ ਕੀ ਹੋ ਗਿਆ, ਇਹਦੇ ਵਿੱਚ ਸਾਡਾ ਨਾਮ ਤਾਂ ਹੈ ਕਿਰਪਾਲ। ਠੀਕ ਹੈ, ਇਹ ਕਿਰਪਾਲ ਜੇ ਆਪਾਂ ਕੱਲਾ ਲਿਖ ਦਿੰਦੇ ਇਹ ਕਿਰਪਾਲ ਸਕੂਟਰ ਹੈ, ਉਹਦਾ ਮਤਲਬ ਕੀ ਬਣਦਾ। ਹੁਣ ਅਸੀਂ ਕਹਿਣਾ ਵੀ ਇਹ ਕਿਰਪਾਲ ਦਾ ਸਕੂਟਰ ਹੈ, ਮਤਲਬ ਆ ਹੋ ਗਿਆ ਸਾਡਾ ਨਾਮ। ਠੀਕ ਹੈ, ਇਹ ਵਾਕ ਦੇ ਬਾਕੀ ਸ਼ਬਦ ਹੋ ਗਏ। ਹੁਣ ਇਸ ਨਾਮ ਦਾ ਬਾਕੀ ਸ਼ਬਦਾਂ ਦੇ ਨਾਲ ਜੋ ਸੰਬੰਧ ਹੈ ਉਹ ਕੌਣ ਪ੍ਰਗਟ ਕਰ ਰਿਹਾ ਹੈ, ਦਾ ਕੀ ਹੁੰਦਾ ਹੈ, ਸਾਡਾ ਸੰਬੰਧਕ। ਸੋ ਇਨ ਸ਼ਾਰਟ ਤੁਸੀਂ ਯਾਦ ਰੱਖਣਾ ਉਹ ਸ਼ਬਦ ਜੋ ਵਾਕ ਦੇ ਪਿੱਛੇ ਲੱਗ ਕੇ ਨਾਂਵ ਜਾਂ ਪੜਨਾਂਵ ਦੇ ਪਿੱਛੇ ਲੱਗ ਕੇ ਉਸ ਦਾ ਸੰਬੰਧ ਬਾਕੀ ਵਾਕਾਂ ਦੇ ਬਾਕੀ ਸ਼ਬਦਾਂ ਦੇ ਨਾਲ ਪ੍ਰਗਟ ਕਰਨ ਉਹਨਾਂ ਨੂੰ ਕੀ ਕਿਹਾ ਜਾਂਦਾ, ਉਹਨਾਂ ਨੂੰ ਸੰਬੰਧਕ ਕਿਹਾ ਜਾਂਦਾ ਹੈ। ਅਗਰ ਇਹਨਾਂ ਦੀ ਟਾਈਪਸ ਦੀ ਗੱਲ ਕੀਤੀ ਜਾਵੇ, ਕਹਿੰਦੇ ਬਣਤਰ, ਸਟਰਕਚਰ। ਕਹਿੰਦੇ ਬਣਤਰ ਦੇ ਪੱਖ ਤੋਂ ਜੋ ਸੰਬੰਧਕ ਨੇ ਉਹ 3 ਪ੍ਰਕਾਰ ਦੇ ਹੁੰਦੇ ਨੇ। ਕਿੰਨੇ ਪ੍ਰਕਾਰ ਦੇ ਹੁੰਦੇ ਨੇ, ਐਗਜ਼ਾਮ ਦੇ ਵਿੱਚ ਪੁੱਛਿਆ ਜਾ ਸਕਦਾ ਹੈ। ਬਣਤਰ ਰੂਪ ਦੇ ਪੱਖ ਦੇ ਆਧਾਰ ਤੇ ਸੰਬੰਧਕ ਕਿੰਨੇ ਪ੍ਰਕਾਰ ਦੇ ਹੁੰਦੇ ਨੇ, ਕਹਿੰਦੇ 3 ਪ੍ਰਕਾਰ ਦੇ ਹੁੰਦੇ ਨੇ। ਇੱਕ ਹੁੰਦਾ ਮੂਲ ਸੰਬੰਧਕ, ਦੂਜਾ ਸੰਧੀ ਸੰਬੰਧਕ ਤੇ ਤੀਸਰਾ ਹੁੰਦਾ ਸਾਡਾ ਸੰਯੁਕਤ ਸੰਬੰਧਕ। ਮੂਲ ਤਾਂ ਵੈਸੇ ਆਪਾਂ ਡੈਫੀਨੇਸ਼ਨ ਨਾ ਪੜ੍ਹੀ ਜਾਵੇ ਤਾਂ ਬੇਸਿਕਲੀ ਗੱਲ ਕੀਤੀ ਜਾਵੇ ਮੂਲ ਕੀ ਹੈ। ਮੂਲ ਕੀ ਹੁੰਦਾ, ਧਾਤੂ ਜੋ ਬੇਸਿਕ ਸ਼ਬਦ ਹੈ ਉਸ ਨੂੰ ਮੂਲ ਕਹਿੰਦੇ ਨੇ। ਸੰਯੁਕਤ ਕੀ ਹੁੰਦਾ ਹੈ, ਜੋ ਮਿਸ਼ਰਣ ਹੁੰਦਾ ਹੈ। ਠੀਕ ਹੈ, ਸੋ ਆਪਾਂ ਡਿਸਕਸ ਕਰਦੇ ਹਾਂ ਕੱਲੇ ਨੂੰ। ਫਸਟਲੀ ਆਪਾਂ ਦੇਖਾਂਗੇ ਕਿ ਮੂਲ ਸੰਬੰਧਕ ਕਿਹੜੇ ਹੁੰਦੇ ਨੇ। ਐਗਜ਼ਾਮ ਦੇ ਵਿੱਚ ਇੱਥੋਂ ਕੁਐਸਚਨ ਆਏ ਹੋਏ ਨੇ, ਆਪਾਂ ਫਰਦਰ ਡਿਸਕਸ ਕਰਾਂਗੇ ਜਦੋਂ ਪਿਛਲੇ ਸਾਲਾਂ ਦੇ ਕੁਐਸਚਨਸ ਨੂੰ ਡਿਸਕਸ ਕਰਾਂਗੇ। ਕਹਿੰਦੇ ਮੂਲ ਸੰਬੰਧਕ ਕਿਹੜੇ ਹੁੰਦੇ ਨੇ, ਕਹਿੰਦੇ ਉਹ ਸੰਬੰਧਕ ਜਿਹੜੇ ਇੱਕ ਸ਼ਬਦ ਰੂਪ ਵਜੋਂ ਸੁਤੰਤਰ ਤੌਰ ਤੇ ਵਿਚਰਨ ਸਕਦੇ ਹਨ। ਕਹਿੰਦੇ ਉਹ ਸ਼ਬਦ ਜੋ ਇੱਕ ਮਤਲਬ ਸਿੰਪਲੀ ਇੱਕ ਆਪਣੀ ਇੱਕ ਆਇਡੈਂਟੀਟੀ ਦੇ ਵਿੱਚ ਜਿਹੜੇ ਵਿਚਰ ਸਕਦੇ ਨੇ। ਕਹਿੰਦੇ ਉਹ ਸੰਬੰਧਕ ਜਿਹੜੇ ਇੱਕ ਸ਼ਬਦ ਰੂਪ ਵਜੋਂ ਸੁਤੰਤਰ ਤੌਰ ਤੇ ਦੇਖ ਉਹਨਾਂ ਨੂੰ ਕੋਈ ਕਿਸੇ ਚੀਜ਼ ਦੀ ਕਿਸੇ ਅੱਖਰ ਦੀ ਰਿਸਟ੍ਰਿਕਸ਼ਨ ਨਹੀਂ ਹੁੰਦੀ, ਪੂਰੀ ਫਰੀडम
ਲਿਬਰਲ ਤੌਰ ਤੇ ਉਹ ਕੀ ਕਰ ਸਕਦੇ ਨੇ, ਆਪਣੀ ਆਇਡੈਂਟੀਟੀ ਦੇ ਵਿੱਚ, ਆਪਣੀ ਬਣਤਰ ਦੇ ਵਿੱਚ ਹੀ ਵਿਚਰ ਸਕਦੇ ਨੇ। ਉਸ ਨੂੰ ਕੀ ਕਿਹਾ ਜਾਂਦਾ, ਉਹਨਾਂ ਨੂੰ ਮੂਲ ਸੰਬੰਧਕ ਕਿਹਾ ਜਾਂਦਾ, ਜਿਵੇਂ ਨੇ, ਨੂੰ, ਤੋਂ, ਵਿੱਚ, ਅੰਦਰ, ਹੇਠਾਂ, ਦੁਆਰਾ, ਲਾਈ ਆਦਿ। ਕਹਿੰਦੇ ਵਾਕ ਵਿੱਚ ਸੰਬੰਧਕ ਦੇ ਬਦਲ ਜਾਣ ਨਾਲ ਕਈ ਵਾਰ ਵਾਕ ਦਾ ਅਰਥ ਵੀ ਬਦਲ ਸਕਦਾ ਹੈ। ਕਹਿੰਦੇ ਵਾਕ ਦੇ ਵਿੱਚ ਜਦੋਂ ਸੰਬੰਧਕ ਹੀ ਚੇਂਜ ਕਰਦੀ ਹੈ ਨਾ, ਤਾਂ ਡੈਫੀਨੇਟਲੀ ਹੈ ਕਿ ਉਸ ਵਾਕ ਦਾ ਜੋ ਮੀਨਿੰਗ ਹੈ ਉਹ ਵੀ ਕਈ ਵਾਰ ਬਦਲ ਜਾਂਦਾ ਹੈ। ਜਿਵੇਂ ਅਧਿਆਪਕ ਨੇ ਵਿਦਿਆਰਥੀ ਨੂੰ ਕਿਹਾ, ਠੀਕ ਹੈ, ਆਪਾਂ ਕਹਿੰਦੇ ਜੋ ਟੀਚਰ ਹੈ ਉਸਨੇ ਵਿਦਿਆਰਥੀ ਨੂੰ ਕਿਹਾ, ਅਧਿਆਪਕ ਨੂੰ ਵਿਦਿਆਰਥੀ ਨੇ ਕਿਹਾ। ਸੋ ਇੱਥੇ ਤੁਹਾਨੂੰ ਸ਼ੋ ਸਿਰਫ ਇਹ ਕੀਤਾ ਗਿਆ ਹੈ ਕਿ ਜਿਹੜੇ ਮੂਲ ਸੰਬੰਧਕ ਹੁੰਦੇ ਨੇ ਉਹਦੀ ਆਪ ਦੀ ਇੱਕ ਆਇਡੈਂਟੀਟੀ ਹੁੰਦੀ ਹੈ, ਤੇ ਉਹ ਜਿੱਥੇ ਲੱਗ ਜਾਣ ਉੱਥੇ ਵਾਕ ਦਾ ਸਟਰਕਚਰ ਹੀ ਚੇਂਜ ਕਰ ਦਿੰਦੇ ਨੇ। ਦੈਟ ਮੀਨਸ ਉਹ ਆਪ ਖੁਦ ਸੁਤੰਤਰ ਤੌਰ ਤੇ ਆਪਣੀ ਆਇਡੈਂਟੀਟੀ ਦੇ ਨਾਲ ਵਿਚਰਦੇ ਨੇ, ਉਹਨਾਂ ਨੂੰ ਮੂਲ ਸੰਬੰਧਕ ਕਿਹਾ ਜਾਂਦਾ ਹੈ। ਦੇਖੋ ਜੇ ਤਾਂ ਅਸੀਂ ਇੱਥੇ ਨੇ ਲਾਤਾ ਤਾਂ ਪਤਾ ਲੱਗ ਗਿਆ ਕਿ ਅਧਿਆਪਕ ਨੇ ਵਿਦਿਆਰਥੀ ਨੂੰ ਕਿਹਾ, ਤੇ ਜੇ ਨੂੰ ਲਾਤਾ ਫਿਰ ਵਿਦਿਆਰਥੀ ਨੇ ਅਧਿਆਪਕ ਨੂੰ ਕਿਹਾ। ਸੋ ਮੀਨਿੰਗ ਹੀ ਚੇਂਜ ਕਰ ਦਿੰਦੇ ਨੇ ਮੂਲ ਸੰਬੰਧਕ। ਨੈਕਸਟ ਗੱਲ ਕਰਦੇ ਹਾਂ ਆਪਾਂ ਸੰਧੀ ਸੰਬੰਧਕ ਦੀ। ਕਹਿੰਦੇ ਵਾਕ ਵਿੱਚ ਕਈ ਸ਼ਬਦਾਂ ਦੇ ਪਿਛੇਤਰ ਸੰਬੰਧਕ ਦਾ ਕੰਮ ਕਰਦੇ ਨੇ। ਕਹਿੰਦੇ ਵਾਕ ਦੇ ਪਿੱਛੇ ਮਤਲਬ ਨਾਮ ਜਾਂ ਪੜਨਾਮ ਦੇ ਪਿੱਛੇ ਜੋ ਪਿਛੇਤਰ ਲੱਗੇ ਹੁੰਦੇ ਨੇ ਵਾਕ ਦੇ ਜਾਂ ਸ਼ਬਦਾਂ ਦੇ ਪਿਛਲੇ ਜੋ ਪਿਛੇਤਰ ਹੁੰਦੇ ਨੇ ਉਹੀ ਕਿਹਦਾ ਕੰਮ ਕਰਦੇ ਨੇ, ਸੰਬੰਧਕ ਦਾ ਕੰਮ ਕਰਦੇ ਨੇ। ਉਹਨਾਂ ਪਿਛੇਤਰਾਂ ਨੂੰ ਸੰਬੰਧਕ ਸੂਚਕ ਪਿਛੇਤਰ ਕਿਹਾ ਜਾਂਦਾ ਹੈ। ਉਹਨਾਂ ਨੂੰ ਕੀ ਕਿਹਾ ਜਾਂਦਾ ਹੈ, ਸੰਬੰਧਕ ਸੂਚਕ ਪਿਛੇਤਰ ਕਿਹਾ ਜਾਂਦਾ ਹੈ। ਇਹ ਸੰਬੰਧਕ ਮੂਲ ਸ਼ਬਦ ਪਲੱਸ ਪਿਛੇਤਰ ਸੰਬੰਧਕ ਨਾਲ ਬਣਦੇ ਹਨ, ਜਿਵੇਂ ਅੰਦਰੋਂ, ਬਾਹਰੋਂ, ਸਕੂਲੋਂ, ਘਰੋਂ ਆਦਿ। ਵੈਸੇ ਤਾਂ ਇਹ ਸ਼ਬਦ ਦੇ ਪਿੱਛੇ ਇੱਕ ਪਿਛੇਤਰ ਹੁੰਦੇ ਨੇ, ਠੀਕ ਹੈ, ਕਿਸੇ ਵੀ ਵਾਕ ਦੇ ਪਿੱਛੇ ਕਿਸੇ ਇੱਕ ਸ਼ਬਦ ਦੇ ਪਿੱਛੇ ਪਿਛੇਤਰ ਦਾ ਕੰਮ ਕਰਦੇ ਨੇ, ਬਟ ਇਹ ਪਿਛੇਤਰ ਦੇ ਹੋਣ ਦੇ ਨਾਲ ਨਾਲ ਇੱਕ ਸੰਬੰਧਕ ਦਾ ਵੀ ਕੰਮ ਕਰਦੇ ਨੇ। ਉਹਨਾਂ ਨੂੰ ਸੰਧੀ ਸੰਬੰਧਕ ਕਿਹਾ ਜਾਂਦਾ ਹੈ। ਜਿਵੇਂ ਆਪਾਂ ਕਹਿਣਾ ਤਾਂ ਇਹ ਚੀਜ਼ ਹੈ ਭਈ ਤੁਸੀਂ ਸਕੂਲ ਤੋਂ ਆਉਂਦੇ ਹੋਏ ਚਾਹ ਦਾ ਕੱਪ ਲੈ ਆਇਓ, ਠੀਕ ਹੋ। ਆਪਾਂ ਕਿਵੇਂ ਲਿਖਾਂਗੇ ਸੈਂਟੈਂਸ ਨੂੰ ਕਿ ਤੁਸੀਂ ਸਕੂਲ ਤੋਂ ਆਉਂਦੇ ਹੋਏ ਚਾਹ ਦਾ ਕੱਪ ਲੈ ਕੇ ਆਇਓ। ਬਟ ਅਸੀਂ ਨਹੀਂ ਬਈ ਐਡਾ ਲੰਬਾ ਬੋਲਣਾ ਹੈਗਾ, ਸਕੂਲ ਤੋਂ ਆਉਂਦੇ ਹੋਏ। ਅਸੀਂ ਤਾਂ ਸਿਰਫ ਐਵੇਂ ਕਵਾਂਗੇ ਤੁਸੀਂ ਸਕੂਲੋਂ ਆਉਂਦੇ ਹੋਏ ਚਾਹ ਦਾ ਕੱਪ ਲੈ ਆਇਓ। ਤੋਂ ਨੂੰ ਕਿਹਦੇ ਵਿੱਚ ਬਦਲ ਦਿੱਤਾ ਗਿਆ, ਸਕੂਲ ਦੇ ਪਿਛੇਤਰ ਦੇ ਸ਼ਬਦ ਵਾਂਗ ਬਦਲ ਦਿੱਤਾ ਗਿਆ। ਤੁਸੀਂ ਸਕੂਲੋਂ ਆਉਂਦੇ ਹੋਏ ਚਾਹ ਦਾ ਕੱਪ ਲੈ ਕੇ ਆਇਓ। ਜਿਵੇਂ ਤੁਸੀਂ ਘਰ ਤੋਂ ਹੀ ਲੇਟ ਆਏ ਹੋ, ਤੁਸੀਂ ਘਰ ਤੋਂ ਹੀ ਲੇਟ ਆਏ ਹੋ। ਐਡਾ ਵਾਕ ਕਿਉਂ ਹੀ ਬੋਲਣਾ ਬਾਈ, ਸਿੱਧਾ ਕਹਿ ਦੋ ਤੁਸੀਂ ਘਰੋਂ ਲੇਟ ਆਏ ਹੋ, ਠੀਕ ਹੈ। ਸੋ ਜੋ ਤੋਂ ਸੀ, ਜੋ ਸ਼ਬਦ ਜੋ ਸੰਬੰਧਕ ਸੀ, ਉਸਨੂੰ ਕੀ ਬਣਾ ਦਿੱਤਾ ਗਿਆ, ਉਸਨੂੰ ਪਿਛੇਤਰ ਬਣਾ ਦਿੱਤਾ ਗਿਆ, ਠੀਕ ਹੈ। ਉਸਨੂੰ ਕੀ ਬਣਾ ਦਿੱਤਾ ਗਿਆ, ਵਾਕ ਦਾ ਪਿਛੇਤਰ ਦੇ ਤੌਰ ਤੇ ਯੂਜ਼ ਕਰ ਲਿੱਤਾ ਗਿਆ। ਉਹਨਾਂ ਨੂੰ ਕੀ ਕਿਹਾ ਜਾਂਦਾ ਹੈ, ਉਹਨਾਂ ਨੂੰ ਸੰਧੀ ਸੰਬੰਧਕ ਕਿਹਾ ਜਾਂਦਾ ਹੈ। ਨੈਕਸਟ ਹੈ ਜੀ ਸਾਡੇ ਸੰਯੁਕਤ ਸੰਬੰਧਕ। ਕਿਹੜੇ ਨੇ ਜੀ ਸਾਡੇ ਸੰਯੁਕਤ ਸੰਬੰਧਕ। ਕਹਿੰਦੇ ਜਦੋਂ ਦੋ ਜਾਂ ਦੋ ਤੋਂ ਵੱਧ ਕੇ ਸੰਬੰਧਕ ਸ਼ਬਦ ਸੁਤੰਤਰ ਰੂਪ ਵਿੱਚ ਵਿਚਰ ਕੇ ਵਾਕ ਦਾ ਅਰਥ ਕਰਨ ਤਾਂ ਉਹਨਾਂ ਨੂੰ ਸੁਤੰਤਰ ਸੰਬੰਧਕ ਕਿਹਾ ਜਾਂਦਾ ਹੈ, ਠੀਕ ਹੈ। ਕਹਿੰਦੇ ਕਈ ਵਾਰ ਨਾ ਇੱਕ ਹੀ ਵਾਕ ਦੇ ਵਿੱਚ ਦੋ ਸੰਬੰਧਕ ਨੇ ਜਿਹੜੇ ਨਾਲ ਮਿਲ ਕੇ ਵਾਕ ਦਾ ਜੋ ਸੰਬੰਧ ਹੈ ਉਹ ਦੂਸਰੇ ਸ਼ਬਦਾਂ ਦੇ ਨਾਲ ਪ੍ਰਗਟ ਕਰਨ, ਉਹਨਾਂ ਨੂੰ ਕੀ ਕਿਹਾ ਜਾਂਦਾ ਹੈ, ਉਹਨਾਂ ਨੂੰ ਸੰਯੁਕਤ ਸੰਬੰਧਕ ਕਿਹਾ ਜਾਂਦਾ ਹੈ। ਜਿਵੇਂ ਫੋਰ ਐਗਜ਼ਾਮਪਲ ਆਪਾਂ ਲੈ ਲੈਂਦੇ ਹਾਂ, ਕਹਿੰਦੇ ਚਾਬੀ ਫੁੱਲਦਾਨ ਦੇ ਕੋਲ ਪਈ ਹੈ, ਠੀਕ ਹੈ। ਹੁਣ ਦੇ ਕੋਲ, ਦੇਖੋ ਕੋਲ ਵੀ ਇੱਕ ਸੰਬੰਧਕ ਹੈ ਤੇ ਦੇ ਵੀ ਇੱਕ ਸੰਬੰਧਕ ਹੈ। ਇਹ ਦੋਨਾਂ ਨੇ ਮਿਲ ਕੇ ਇੱਕ ਸੰਬੰਧਕ ਦਾ ਕੰਮ ਕੀਤਾ ਹੈ, ਉਹਨਾਂ ਨੂੰ ਕੀ ਕਿਹਾ ਜਾਂਦਾ ਹੈ, ਉਹਨਾਂ ਨੂੰ ਸੰਯੁਕਤ ਸੰਬੰਧਕ ਕਿਹਾ ਜਾਂਦਾ ਹੈ। ਹੁਣ ਆਪਾਂ ਪਹਿਲਾਂ ਤਾਂ ਗੱਲ ਕੀਤੀ ਕਿ ਬਣਤਰ ਸਟਰਕਚਰ ਦੇ ਭਾਵ ਨਾਲ ਗੱਲ ਕੀਤੀ, ਤਾਂ ਜੋ ਸਾਡੇ ਸੰਬੰਧਕ ਨੇ ਉਹ ਤਿੰਨ ਪ੍ਰਕਾਰ ਦੇ ਨੇ। ਅਗਰ ਗੱਲ ਕਰੀਏ ਰੂਪ ਦੇ ਆਧਾਰ ਤੇ ਸਾਡੇ ਸੰਬੰਧਕਾਂ ਦੀ ਵੰਡ ਕੀਤੀ ਜਾਵੇ ਤਾਂ ਦੋ ਤਰੀਕੇ ਦੇ ਨੇ, ਇੱਕ ਵਿਕਾਰੀ ਸੰਬੰਧਕ ਤੇ ਦੂਸਰੇ ਅਵਿਕਾਰੀ ਸੰਬੰਧਕ। ਪਹਿਲਾਂ ਗੱਲ ਕਰਾਂਗੇ ਆਪਾਂ ਵਿਕਾਰੀ ਸੰਬੰਧਕਾਂ ਦੀ ਕਿ ਵਿਕਾਰੀ ਸੰਬੰਧਕ ਕਿਹੜੇ ਹੁੰਦੇ ਨੇ। ਕਹਿੰਦੇ ਵਿਕਾਰੀ ਸ਼ਬਦ ਉਹਨਾਂ ਸ਼ਬਦਾਂ ਨੂੰ ਜਾਂ ਵਿਕਾਰੀ ਸੰਬੰਧਕ ਉਹਨਾਂ ਸ਼ਬਦਾਂ ਨੂੰ ਕਿਹਾ ਜਾਂਦਾ ਹੈ ਜਿਨ੍ਹਾਂ ਦੇ ਰੂਪ ਵਿੱਚ ਕੋਈ ਨਾ ਕੋਈ ਪਰਿਵਰਤਨ ਹੋ ਜਾਂਦਾ ਹੈ। ਕਹਿੰਦੇ ਉਹ ਸੰਬੰਧਕ ਉਹਨਾਂ ਨੂੰ ਕਿਹਾ ਵਿਕਾਰੀ
ਸੰਬੰਧਕ ਉਹਨਾਂ ਸ਼ਬਦਾਂ ਨੂੰ ਕਿਹਾ ਜਾਂਦਾ ਹੈ ਜਿਨ੍ਹਾਂ ਦੀ ਸ਼ਕਲ ਦੇ ਵਿੱਚ, ਜਿਨ੍ਹਾਂ ਦੇ ਰੂਪ ਦੇ ਵਿੱਚ ਕੋਈ ਨਾ ਕੋਈ ਤਬਦੀਲੀ ਆ ਜਾਂਦੀ ਹੈ, ਪਰਿਵਰਤਨ ਹੋ ਜਾਂਦਾ ਹੈ, ਉਹਨਾਂ ਨੂੰ ਕਿਹਾ ਜਾਂਦਾ ਹੈ ਸਾਡੇ ਵਿਕਾਰੀ ਸੰਬੰਧਕ। ਕਹਿੰਦੇ ਇਸੇ ਤਰ੍ਹਾਂ ਜਿਹੜੇ ਸੰਬੰਧਕ ਆਪਣਾ ਰੂਪ ਬਦਲ ਲੈਣ ਉਹਨਾਂ ਨੂੰ ਅਵਿਕਾਰੀ, ਦੇਖੋ ਸੌਰੀ, ਕੋਈ ਨਾ ਕੋਈ ਪਰਿਵਰਤਨ ਹੋ ਜਾਂਦਾ ਹੈ ਉਹਨਾਂ ਨੂੰ ਤਾਂ ਕਿਹਾ ਜਾਂਦਾ ਹੈ ਸਾਡੇ ਵਿਕਾਰੀ ਸੰਬੰਧਕ। ਕਹਿੰਦੇ ਉਹੀ ਸ਼ਬਦ ਆਪਣਾ ਰੂਪ ਬਦਲ ਲੈਣ ਉਹਨਾਂ ਨੂੰ ਅਵਿਕਾਰੀ ਸੰਬੰਧਕ ਕਿਹਾ ਜਾਂਦਾ ਹੈ। ਜਿਵੇਂ ਦੱਦੇ ਨੂੰ ਕਰਨਾ ਦਾ, ਕੋਲ, ਨਾਲ, ਵਿੱਚ ਆਦਿ, ਇਹ ਸਾਰੇ ਕਿਹੜੇ ਨੇ? ਵਿਕਾਰੀ ਸੰਬੰਧਕ ਨੇ। ਤੇ ਸਾਡੇ ਅਵਿਕਾਰੀ ਸੰਬੰਧਕ ਕਿਹੜੇ ਨੇ? ਜਿਹੜੇ ਰੂਪ ਨਹੀਂ ਬਦਲ ਸਕਦੇ। ਦੇਖੋ ਵਿਕਾਰੀ ਸੰਬੰਧਕ ਤਾਂ ਹੋ ਗਏ ਜਿਹੜੇ ਆਪਣਾ ਰੂਪ ਬਦਲ ਲੈਂਦੇ ਨੇ, ਸੋ ਇੱਥੇ ਥੋੜੀ ਜੀ ਇਹ ਸਹੀ ਕਰ ਲੈਣਾ, ਠੀਕ ਹੈ। ਅਵਿਕਾਰੀ ਸੰਬੰਧਕ ਕੀ ਹੁੰਦੇ ਨੇ? ਜਿਹੜੇ ਆਪਣਾ ਰੂਪ ਨਹੀਂ ਬਦਲ ਸਕਦੇ, ਠੀਕ ਹੈ। ਸਟਿਲ ਜਿਵੇਂ ਦੇ ਹੈਗੇ ਨੇ ਉਵੇਂ ਦੇ ਹੀ ਰਹਿਣ, ਜਿਵੇਂ ਨੰਨੇ ਨੂੰ ਲਾਵਾਂ ਨੇ, ਨੂੰ, ਤੋਂ, ਰਾਹੀਂ ਆਦਿ, ਇਹ ਸਾਰੇ ਕਿਹੜੇ ਨੇ? ਇਹ ਸਾਡੇ ਅਵਿਕਾਰੀ ਸ਼ਬਦ ਨੇ, ਅਵਿਕਾਰੀ ਸੰਬੰਧਕ ਨੇ, ਜਿਹੜਾ ਆਪਣਾ ਰੂਪ ਨਹੀਂ ਬਦਲ ਸਕਦੇ। ਤੇ ਜਿਹੜਾ ਰੂਪ ਬਦਲ ਸਕਦੇ ਨੇ ਉਹਨਾਂ ਨੂੰ ਕੀ ਕਿਹਾ ਜਾਂਦਾ? ਉਹਨਾਂ ਨੂੰ ਵਿਕਾਰੀ ਸੰਬੰਧਕ ਕਿਹਾ ਜਾਂਦਾ ਹੈ। ਸੋ ਅਗਰ ਆਪਾਂ ਸੰਬੰਧਕ ਦੀ ਕਿਸਮਾਂ ਦੇਖੀਏ, ਕਹਿੰਦੇ ਸੰਬੰਧਕ ਦੇ 3 ਕਿਸਮ ਹੁੰਦੇ ਨੇ। ਕਿਹੜੇ ਕਿਹੜੇ? ਇੱਕ ਪੂਰਨ ਸੰਬੰਧਕ, ਇੱਕ ਅਪੂਰਨ ਸੰਬੰਧਕ ਤੇ ਤੀਸਰਾ ਹੈ ਸਾਡਾ ਮਿਸ਼ਰਤ ਸੰਬੰਧਕ ਜਾਂ ਫਿਰ ਦੁਬਾਜਰੇ ਸੰਬੰਧਕ। ਹੁਣ ਇਹਨਾਂ ਨੂੰ ਵੀ ਦੇਖ ਲੈਂਦੇ ਆ ਕਿਹੜੇ ਸੰਬੰਧਕ ਨੇ। ਦੇਖੋ ਉੱਥੇ ਤਾਂ ਸੰਬੰਧਕ ਦੀ ਇੱਕ ਡੈਫੀਨੇਸ਼ਨ ਦੇ ਨਾਲ ਉਹਨਾਂ ਨੂੰ ਕਿਸ ਵੇ ਦੇ ਨਾਲ ਦੇਖਿਆ ਜਾ ਸਕਦਾ ਹੈ, ਰੂਪ ਤੇ ਬਣਤਰ ਦੇ ਆਧਾਰ ਤੇ। ਹੁਣ ਸੰਬੰਧਕ ਦੀਆਂ ਕਿਸਮਾਂ ਦੇਖਾਂਗੇ। ਕਹਿੰਦੇ ਪੂਰਨ ਸੰਬੰਧਕ ਕਿਹੜੇ ਸੰਬੰਧਕ ਹੁੰਦੇ ਨੇ? ਕਹਿੰਦੇ ਜਿਹੜੇ ਸ਼ਬਦ ਵਾਕ ਵਿੱਚ ਇਕੱਲਿਆਂ ਹੀ ਹੋਰਨਾਂ ਸ਼ਬਦਾਂ ਨਾਲ ਸੰਬੰਧ ਦੱਸਣ ਉਹਨਾਂ ਨੂੰ ਪੂਰਨ ਸੰਬੰਧਕ ਕਿਹਾ ਜਾਂਦਾ ਹੈ। ਕਹਿੰਦੇ ਇੱਕ ਹੀ ਸ਼ਬਦ, ਮਤਲਬ ਇੱਕ ਹੀ ਸੰਬੰਧਕ ਇੱਕ ਸ਼ਬਦ ਦਾ ਦੂਸਰੇ ਸ਼ਬਦਾਂ ਦੇ ਨਾਲ ਜੇ ਰਿਲੇਸ਼ਨ ਦੱਸਣ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ? ਉਹਨਾਂ ਨੂੰ ਪੂਰਨ ਸੰਬੰਧਕ ਕਿਹਾ ਜਾਂਦਾ ਹੈ। ਫੋਰ ਐਗਜ਼ਾਮਪਲ ਆਪਾਂ ਦੇਖਿਆ ਜਾਵੇ ਤਾਂ ਨੇ ਹੋ ਗਿਆ, ਨੂੰ ਹੋ ਗਿਆ, ਦ ਹੋ ਗਿਆ, ਦੀ ਹੋ ਗਿਆ, ਇਹ ਮਤਲਬ ਸੁਤੰਤਰ ਨੇ। ਕਹਿੰਦਾ ਭਾਵ ਇੱਕ ਹੀ, ਇਹ ਪੂਰਨ ਨੇ, ਆਪਣੇ ਆਪ ਦੇ ਵਿੱਚ ਪੂਰਨ ਹੈ। ਇਹ ਇੱਕ ਵਾਕ ਦੇ ਵਿੱਚ ਜੇ ਆ ਜਾਣ ਤਾਂ ਕੱਲੇ ਆ ਕੇ ਹੀ ਇੱਕ ਸ਼ਬਦਾਂ ਦਾ ਦੂਸਰੇ ਸ਼ਬਦਾਂ ਦੇ ਨਾਲ ਕੀ ਦੱਸ ਦਿੰਦੇ ਨੇ? ਸੰਬੰਧ ਦੱਸ ਦਿੰਦੇ ਨੇ। ਫੋਰ ਐਗਜ਼ਾਮਪਲ ਨੇਤਾ ਨੇ ਭਾਸ਼ਣ ਦਿੱਤਾ, ਧੀਰਜ ਦੀ ਮਾਤਾ ਬਿਮਾਰ ਹੈ। ਬਸ ਕੱਲੇ ਆਏ ਤੇ ਕੱਲੇ ਆ ਕੇ ਆਪਣਾ ਇੱਕ ਸ਼ਬਦ ਦਾ ਦੂਸਰੇ ਸ਼ਬਦਾਂ ਦੇ ਨਾਲ ਸੰਬੰਧ ਦੱਸਤਾ, ਉਹਨਾਂ ਨੂੰ ਕੀ ਕਿਹਾ ਜਾਂਦਾ ਹੈ? ਪੂਰਨ ਸੰਬੰਧਕ ਕਿਹਾ ਜਾਂਦਾ ਹੈ। ਅਗਰ ਗੱਲ ਕੀਤੀ ਜਾਵੇ ਅਪੂਰਨ ਸੰਬੰਧਕ ਦੀ ਤਾਂ ਉਹ ਕੀ ਹੁੰਦੇ ਨੇ? ਕਹਿੰਦੇ ਜਿਹੜੇ ਸ਼ਬਦ ਇਕੱਲਿਆਂ ਸੰਬੰਧਕ ਦਾ ਕੰਮ ਨਾ ਦੇ ਸਕਦੇ ਤੇ ਵਾਕ ਦੇ ਭਾਵ ਪ੍ਰਗਟ ਕਰਨ ਲਈ ਹੋਰ ਸੰਬੰਧਕਾਂ ਦੀ ਸਹਾਇਤਾ ਲੈਣੀ ਪਵੇ। ਕਹਿੰਦੇ ਜਿਹੜਾ ਬੰਦਾ ਆਪਣੇ ਆਪ ਦੇ ਵਿੱਚ ਪੂਰਨ ਨਾ ਹੋਵੇ, ਜਿਹੜੀ ਸ਼ਬਦ ਆਪਣੇ ਆਪ ਦੇ ਵਿੱਚ ਪੂਰਨ ਨਾ ਹੋਵੇ, ਜਿਹੜਾ ਸੰਬੰਧਕ ਆਪਣੇ ਆਪ ਦੇ ਵਿੱਚ ਪੂਰਨ ਨਾ ਹੋਵੇ, ਉਹਨੂੰ ਇੱਕ ਵਾਕ ਦਾ ਇੱਕ ਸ਼ਬਦ ਦਾ ਦੂਸਰੇ ਸ਼ਬਦਾਂ ਦੇ ਨਾਲ, ਇੱਕ ਵਾਕ ਦੇ ਵਿੱਚ ਦੋ ਸ਼ਬਦਾਂ ਦਾ ਆਪਸ ਦੇ ਵਿੱਚ ਸੰਬੰਧ ਦੱਸਣ ਦੇ ਲਈ ਦੂਸਰੇ ਸੰਬੰਧਕ ਦੀ ਸਹਾਇਤਾ ਪਵੇ, ਉਸਨੂੰ ਅਪੂਰਨ ਸੰਬੰਧਕ ਕਹਿੰਦੇ ਨੇ। ਫੋਰ ਐਗਜ਼ਾਮਪਲ ਆਪਾਂ ਦੇਖ ਲੈਂਦੇ ਹਾਂ, ਕਹਿੰਦੇ ਸਾਡੀ ਦੁਕਾਨ ਮੰਦਿਰ ਦੇ ਕੋਲ ਹੈ। ਮਤਲਬ ਅਗਰ ਦੋ ਸੰਬੰਧਕ ਲਾਉਣੇ ਪੈਣ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ? ਅਪੂਰਨ ਸੰਬੰਧਕ ਕਿਹਾ ਜਾਂਦਾ ਹੈ। ਨੈਕਸਟ ਹੈ ਕਹਿੰਦੇ ਮਿਸ਼ਰਤ ਸੰਬੰਧਕ। ਫਿਰ ਕਿਹੜੇ ਹੁੰਦੇ ਨੇ? ਕਹਿੰਦੇ ਜਿਹੜੇ ਸੰਬੰਧਕ ਕਦੇ ਪੂਰਨ ਹੋ ਜਾਣ ਤੇ ਕਦੇ ਅਪੂਰਨ ਹੋ ਜਾਣ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ? ਮਿਸ਼ਰਤ ਸੰਬੰਧਕ ਜਾਂ ਫਿਰ ਦੁਬਾਜਰੇ ਸੰਬੰਧਕ ਕਿਹਾ ਜਾਂਦਾ ਹੈ। ਫੋਰ ਐਗਜ਼ਾਮਪਲ ਦੇਖ ਲੈਂਦੇ ਆ, ਕਹਿੰਦਾ ਸਾਡਾ ਘਰ ਸ਼ਹਿਰ ਦੇ ਵਿਚਕਾਰ ਹੈ। ਸਾਡਾ ਘਰ ਸ਼ਹਿਰ ਦੇ ਵਿਚਕਾਰ ਹੈ, ਜਿਵੇਂ ਕਹਿ ਸਕਦੇ ਆ ਸਾਡਾ ਘਰ ਸ਼ਹਿਰ ਵਿੱਚ ਦੇ ਵਿਚਕਾਰ ਹੈ, ਤਾਂ ਇਹ ਕੀ ਹੋ ਗਏ? ਦੁਬਾਜਰੇ ਹੋ ਗਏ। ਜਿਵੇਂ ਆਪਾਂ ਦੇਖ ਲੈਂਦੇ ਆ, ਕਹਿੰਦੇ ਉੱਤੇ, ਨਾਲ, ਹੇਠਾਂ, ਅੱਗੇ, ਪਿੱਛੇ, ਇਹ ਕਦੇ ਤਾਂ ਆਪਣੇ ਆਪ ਦੇ ਵਿੱਚ ਪੂਰਨ ਹੋਣਗੇ, ਠੀਕ ਹੈ, ਤੇ ਕਦੇ ਆਪਣੇ ਆਪ ਦੇ ਵਿੱਚ ਅਪੂਰਨ ਹੋਣਗੇ। ਜਿਵੇਂ ਪਲੇਟ ਮੇਜ਼ ਉੱਤੇ ਪਈ ਹੈ, ਠੀਕ ਹੈ, ਜਾਂ ਆਪਾਂ ਕਹਿ ਦੋ ਪਲੇਟ ਮੇਜ਼ ਤੇ ਪਈ ਹੈ, ਠੀਕ ਹੈ, ਇਹ ਕੀ ਹੋ ਗਏ? ਇਹ ਹੋ ਗਏ ਸਾਡੇ ਮੇਜ਼ ਉੱਤੇ ਪੈਣਾ, ਮਤਲਬ ਕਿ ਇਹ ਦੁਬਾਜਰੇ ਸੰਬੰਧਕ ਨੇ। ਠੀਕ ਹੈ ਜੀ, ਹੋਪਫੁਲੀ ਤੁਹਾਨੂੰ ਕਲੀਅਰ ਹੋ ਗਏ ਹੋਣਗੇ। ਹੁਣ ਆਪਾਂ ਪਿਛਲੇ ਸਾਲਾਂ ਦੇ ਵਿੱਚ ਇਸ ਟੌਪਿਕ ਦੇ ਵਿੱਚੋਂ ਜਿਹੜੇ ਕੁਐਸਚਨਸ ਆਏ ਨੇ, MCQs ਆਏ ਨੇ, ਉਹਨਾਂ ਨੂੰ ਡਿਸਕਸ ਕਰਾਂਗੇ। ਫਰਸਟ ਕੁਐਸਚਨ ਹੈ, ਕਹਿੰਦੇ ਇਹ ਮੋਹਨ ਦਾ ਸਕੂਟਰ ਹੈ। ਕਹਿੰਦੇ ਵਿੱਚ ਦਾ ਕੀ ਹੈ? ਕਹਿੰਦੇ ਵਾਕ ਦੇ ਵਿੱਚ ਦਾ ਕੀ ਹੈ? ਆਲਰੇਡੀ ਆਪਾਂ ਪੜ੍ਹ ਕੇ ਆਏ ਆ ਕਿ ਦਾ ਕੀ ਹੈ? ਦਾ ਉਹ ਸ਼ਬਦ ਹੈ ਜਿਹੜਾ ਵਾਕ ਦੇ ਦੋ ਸ਼ਬਦਾਂ ਦੇ ਵਿੱਚ ਸੰਬੰਧ ਜ਼ਾਹਿਰ ਕਰ ਰਿਹਾ। ਦੈਟ ਮੀਨਸ ਉਹ ਕੀ ਹੋ ਗਿਆ? ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਦਾ ਕੀ ਹੋ ਗਿਆ? ਸਾਡਾ ਸੰਬੰਧਕ ਹੋ ਗਿਆ।
ਨੈਕਸਟ ਦੇਖਿਆ ਜਾਵੇ ਕਹਿੰਦੇ ਰੂਪ ਦੇ ਪੱਖ ਤੋਂ ਸੰਬੰਧਕ ਕਿੰਨੇ ਤਰੀਕੇ ਦੇ ਹੁੰਦੇ ਨੇ। ਅਗਰ ਬਣਤਰ ਦੇ ਪੱਖ ਤੋਂ ਦੇਖਿਆ ਜਾਵੇ 3 ਤਰੀਕੇ ਦੇ, ਰੂਪ ਦੇ ਪੱਖ ਤੋਂ ਦੇਖਿਆ ਜਾਵੇ ਤਾਂ ਸਾਡੇ ਸੰਬੰਧਕ 2 ਤਰੀਕੇ ਦੇ ਹੁੰਦੇ ਹਨ। ਬਸ ਸੰਬੰਧਕ ਦੀ ਡੈਫੀਨੇਸ਼ਨ ਕਲੀਅਰ ਹੋ ਜੇ, ਆਫਟਰ ਦੈਟ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਏਗੀ ਕੁਐਸਚਨਸ ਨੂੰ ਟੈਕਲ ਕਰਨ ਦੇ ਵਿੱਚ। ਹੁਣ ਕਹਿੰਦੇ ਦਾ, ਦੇ, ਦੀਆਂ ਸ਼ਬਦ ਹੈ, ਇਹ ਕੀ ਨੇ? ਕੀ ਇਹ ਵਿਸ਼ੇਸ਼ਣ ਨੇ? ਕੀ ਇਹ ਨਾਮ ਨੇ? ਕੀ ਇਹ ਪੜਨਾਮ ਨੇ? ਬਟ ਇਹ ਤਾਂ ਕੀ ਨੇ? ਇਹ ਤਾਂ ਸਾਡੇ ਨੇ ਸੰਬੰਧਕ। ਠੀਕ ਹੈ, ਸੰਬੰਧਕ ਨੂੰ ਧਿਆਨ ਨਾਲ ਪੜ੍ਹ ਲਿਓ, ਫਿਰ ਯੋਜਕ ਈਜ਼ੀਲੀ ਸਮਝ ਆਏਗਾ। ਹੁਣ ਤੁਸੀਂ ਇਹਨਾਂ ਚੋਂ ਸੰਬੰਧਕ ਚੁਣਨੇ ਨੇ। ਪਹਿਲਾਂ ਮੈਂ, ਸਾਡਾ, ਇਹ ਕੀ ਨੇ? ਪੜਨਾਮ ਨੇ। ਤੂੰ, ਤੁਸੀਂ, ਇਹ ਵੀ ਪੜਨਾਮ ਨੇ। ਕੌਣ, ਕਦੋਂ, ਇਹ ਤਾਂ ਇਹ ਵੀ ਨੇ। ਠੀਕ ਹੈ, ਇਹ ਪ੍ਰਸ਼ਨਵਾਚਕ ਨੇ। ਸੋ ਆਪਸ਼ਨ ਸੀ ਇਜ਼ ਅ ਰਾਈਟ ਆਨਸਰ। ਦਾ, ਦੇ ਕੀ ਨੇ ਜੀ? ਸਾਡੇ ਸੰਬੰਧਕ ਨੇ। ਨੈਕਸਟ ਹੈ ਕਹਿੰਦੇ ਮੇਰੀ ਅੱਖ ਵਿੱਚ ਰੜਕ ਪੈ ਰਹੀ ਹੈ, ਵਾਕ ਵਿੱਚ ਸੰਬੰਧਮਾਨ ਕੌਣ ਹੈ? ਕਹਿੰਦੇ ਇੱਕ ਸ਼ਬਦ ਦਾ ਜੇ ਆਪਾਂ ਲਿਖਿਆ ਹੋਵੇ ਇੱਥੇ ਮੇਰੀ ਅੱਖ ਰੜਕ ਪੈ ਰਹੀ ਹੈ, ਕੀ ਇਹ ਕੋਈ ਵਾਕ ਬਣ ਰਿਹਾ? ਆਪਸ ਦੇ ਵਿੱਚ ਸ਼ਬਦਾਂ ਦਾ ਕੋਈ ਸੰਬੰਧ ਬਣ ਰਿਹਾ? ਬਟ ਜਦੋਂ ਵਿੱਚ ਆ ਜਾਂਦਾ ਹੈ ਤਾਂ ਅਗਲੇ ਵਾਕ ਸ਼ਬਦਾਂ ਦਾ ਸੰਬੰਧ ਦੂਸਰੇ ਸ਼ਬਦਾਂ ਨਾਲ ਬਣਾਉਂਦਾ ਹੈ। ਕੌਣ? ਸਾਡਾ ਸੰਬੰਧਕ ਹੈ। ਆਪਸ਼ਨ ਸੀ ਵਿਚ ਇਜ਼ ਅ ਰਾਈਟ ਆਨਸਰ। ਨੈਕਸਟ ਹੈ ਕਹਿੰਦੇ ਉਸ ਦੀਆਂ ਪੁਸਤਕਾਂ ਹਨ, ਵਾਕ ਵਿੱਚ ਸੰਬੰਧਕ ਦੀ ਚੋਣ ਕਰੋ। ਇਸ ਦਾ ਆਨਸਰ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਦਿਓਗੇ, ਕਿਉਂਕਿ ਐਗਜ਼ਾਮ ਦੇ ਵਿੱਚ ਕੁਐਸਚਨ ਤੁਹਾਨੂੰ ਐਸੇ ਹੀ ਦੇਖਣ ਨੂੰ ਮਿਲਣਗੇ। ਨੈਕਸਟ ਕੁਐਸਚਨ ਹੈ ਕਹਿੰਦੇ ਮੋਹਨ ਨੇ ਕਹਾਣੀ ਪੜ੍ਹੀ, ਵਾਕ ਵਿੱਚ ਸੰਬੰਧਕ ਕਿਹੜਾ ਹੈ? ਦੇਖੋ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਮੋਹਨ ਕਹਾਣੀ ਪੜ੍ਹੀ, ਜਿਵੇਂ ਲਿਖਿਆ ਹੁੰਦਾ ਮੋਹਨ ਕਹਾਣੀ ਪੜ੍ਹੀ। ਕੀ ਇੱਕ ਸ਼ਬਦ ਦਾ ਦੂਸਰੇ ਸ਼ਬਦ ਨਾਲ ਕੋਈ ਰਿਲੇਸ਼ਨ ਆ ਰਿਹਾ, ਸੰਬੰਧ ਆ ਰਿਹਾ? ਨਹੀਂ। ਬਟ ਜਦੋਂ ਲਿਖਤਾ ਕਿ ਮੋਹਨ ਨੇ ਕਹਾਣੀ ਪੜ੍ਹੀ ਤੇ ਇੱਕ ਵਾਕ, ਇੱਕ ਮੀਨਿੰਗਫੁਲ ਵਾਕ ਬਣਿਆ, ਤਾਂ ਆਪਸ਼ਨ ਏ ਇਜ਼ ਅ ਰਾਈਟ ਆਨਸਰ। ਤਾਂ ਇਹਦੇ ਵਿੱਚ ਸਾਡਾ ਸੰਬੰਧਕ ਕਿਹੜਾ ਆਂਦਾ ਹੈ? ਨੰਨੇ ਨੂੰ ਲਾਵਾਂ ਨੇ। ਨੈਕਸਟ ਹੈ ਕਹਿੰਦੇ ਪੰਜਾਬੀ ਵਿਆਕਰਨ ਅਨੁਸਾਰ ਦਾ ਸ਼ਬਦ ਕੀ ਹੈ? ਕਹਿੰਦੇ ਪੰਜਾਬੀ ਦੀ ਅਗਰ ਵਿਆਕਰਨ ਦੀ ਗੱਲ ਕੀਤੀ ਜਾਵੇ ਤਾਂ ਵਿਆਕਰਨ ਦੇ ਅਨੁਸਾਰ ਦੱਦੇ ਨੂੰ ਕਰਨਾ, ਦਾ ਮਤਲਬ ਕੀ ਹੈ? ਕਿ ਉਹ ਕੋਈ ਪੜਨਾਮ ਹੈ, ਕਿ ਉਹ ਮਿਸ਼ਰਤ ਹੈ, ਕਿ ਉਹ ਯੋਜਕ ਹੈ? ਬਟ ਇਹ ਕੀ ਹੈ? ਇਹ ਤਾਂ ਸਾਡਾ ਸੰਬੰਧਕ ਹੈ। ਨੈਕਸਟ ਕੁਐਸਚਨ ਹੈ ਕਹਿੰਦੇ ਜਿਹੜੇ ਸ਼ਬਦ ਵਾਕ ਵਿੱਚ ਇਕੱਲਿਆਂ ਦੀ ਹੋਰਨਾਂ ਸ਼ਬਦਾਂ ਨਾਲ ਸੰਬੰਧ ਦੱਸਣ, ਉਹਨਾਂ ਨੂੰ ਦੇਖੋ ਉਹੀ ਆਲਰੇਡੀ ਜੋ ਆਪਾਂ ਡਿਸਕਸ ਕਰਦੇ ਆ ਰਹੇ ਆ, ਉਹਨਾਂ ਨੂੰ ਕੀ ਕਿਹਾ ਜਾਂਦਾ ਹੈ? ਕਹਿੰਦੇ ਜਿਹੜੇ ਸ਼ਬਦ ਵਾਕ ਵਿੱਚ ਇਕੱਲਿਆਂ ਦੀ ਹੋਰਨਾਂ ਸ਼ਬਦਾਂ ਨਾਲ ਸੰਬੰਧ ਦੱਸਣ, ਮਤਲਬ ਇਕੱਲੇ ਹੀ ਆਪਣੇ ਆਪ ਦੇ ਵਿੱਚ ਕੀ ਹੋਣ? ਪੂਰਨ ਹੋਣ, ਉਹਨਾਂ ਨੂੰ ਕਿਹੜੇ ਸੰਬੰਧਕ ਕਿਹਾ ਜਾਂਦਾ ਹੈ? ਉਹਨਾਂ ਨੂੰ ਪੂਰਨ ਸੰਬੰਧਕ ਕਿਹਾ ਜਾਂਦਾ ਹੈ, ਜਿਨ੍ਹਾਂ ਨੂੰ ਦੂਸਰੇ ਸੰਬੰਧਕ ਦੀ ਲੋੜ ਨਾ ਪਵੇ। ਇਹ ਆਲਰੇਡੀ ਡਿਸਕਸ ਕਰ ਚੁੱਕੇ ਆ, ਕਮੈਂਟ ਬਾਕਸ ਦੇ ਵਿੱਚ ਆਨਸਰ ਕਰੋਗੇ। ਨੈਕਸਟ ਹੈ ਕਹਿੰਦੇ ਗੁਰਦੀਪ ਨੇ, ਸੁਰਿੰਦਰ ਨੇ ਗੁਰਦੀਪ ਨੂੰ ਫੋਨ ਕੀਤਾ, ਵਾਕ ਵਿੱਚ ਸੰਬੰਧਕ ਕਿਹੜਾ? ਦੇਖੋ ਨੇ ਵੀ ਇੱਕ ਸੰਬੰਧਕ ਹੈ ਤੇ ਨੂੰ ਵੀ ਇੱਕ ਸੰਬੰਧਕ ਹੈ, ਬਟ ਆਪਸ਼ਨ ਦੇ ਅਕੋਰਡਿੰਗ ਆਪਸ਼ਨ ਡੀ ਇਜ਼ ਅ ਰਾਈਟ ਆਨਸਰ। ਨੈਕਸਟ ਕੁਐਸਚਨ ਹੈ ਜੀ ਸਾਡਾ ਕਹਿੰਦੇ ਨੌਕਰਾਣੀ ਨੇ ਕੜਾਹੀ ਮਾਂਜਣੀ ਹੈ, ਵਾਕ ਵਿੱਚੋਂ ਸੰਬੰਧਕ ਦੱਸੋ ਕਿਹੜਾ ਬਈ? ਠੀਕ ਹੈ, ਹੈ ਕੀ ਹੈ? ਹਾਂ ਹੈ ਤਾਂ ਜੀ ਸਾਡੀ ਸਸਰੰਗੀ ਕਿਰਿਆ ਹੈ। ਕੜਾਹੀ ਕੀ ਹੈ? ਸਾਡਾ ਨਾਮ ਹੈ, ਤੇ ਨੌਕਰਾਣੀ ਵੀ ਨਾਮ ਹੈ, ਤੇ ਪਿੱਛੇ ਕੀ ਬਚ ਗਿਆ? ਆਪਸ਼ਨ ਡੀ ਨੇ। ਠੀਕ ਹੈ, ਜੇ ਆਪਾਂ ਲਿਖਦੇ ਨੌਕਰਾਣੀ ਕੜਾਹੀ ਮਾਂਜਣੀ ਹੈ, ਕੀ ਕੋਈ ਅਰਥ ਬਣਿਆ ਵਾਕ ਦਾ? ਬਿਲਕੁਲ ਨਹੀਂ। ਸੋ ਇਹਦੇ ਚ ਸੰਬੰਧ ਕਿੰਨੇ ਜੋੜਿਆ? ਨੰਨੇ ਨੂੰ ਲਾਵਾਂ ਨੇ ਇੱਕ ਸੰਬੰਧ ਕ੍ਰੀਏਟ ਕੀਤਾ ਹੈ। ਨੈਕਸਟ ਹੈ ਕਹਿੰਦੇ ਵਾਕ ਨੇ, ਨੂੰ ਅਤੇ ਦਾ ਕੀ ਹਨ? ਕੀ ਇਹ ਕੋਈ ਵਿਸਮਿਕ ਨੇ? ਨੋ ਜੀ। ਕੀ ਇਹ ਵਿਦੋਹ ਨੇ? ਬਟ ਇਹ ਤਾਂ ਕੀ ਨੇ ਜੀ? ਸਾਡੇ ਸੰਬੰਧਕ ਨੇ। ਆਪਸ਼ਨ ਸੀ ਇਜ਼ ਅ ਰਾਈਟ ਆਨਸਰ। ਨੈਕਸਟ ਹੈ ਜੀ ਕਹਿੰਦੇ ਇੱਕ ਮੁੰਡਾ ਪੜ੍ਹਦਾ ਹੈ, ਦਾ ਸਹੀ ਸੰਬੰਧਕੀ ਰੂਪ ਚੁਣੋ। ਇਹ ਆਪਾਂ ਨੈਕਸਟ ਵਾਲੇ ਚ ਡਿਸਕਸ ਕਰਾਂਗੇ। ਨੈਕਸਟ ਕਹਿੰਦੇ ਜਿਹੜੇ ਸ਼ਬਦ ਨਾਵਾਂ, ਪੜਨਾਵਾਂ ਜਾਂ ਵਿਸ਼ੇਸ਼ਣ ਦਾ ਵਾਕ ਨਾਲ ਬਾਕੀ ਸ਼ਬਦਾਂ ਵਿੱਚ ਸੰਬੰਧ ਦੱਸਣ, ਉਹਨਾਂ ਨੂੰ ਕੀ ਕਿਹਾ ਜਾਂਦਾ ਹੈ? ਉਹਨਾਂ ਨੂੰ ਕਿਹਾ ਜਾਂਦਾ ਹੈ, ਆਪਸ਼ਨ ਡੀ ਇਜ਼ ਅ ਰਾਈਟ ਆਨਸਰ, ਉਹਨਾਂ ਨੂੰ ਸੰਬੰਧਕ ਕਿਹਾ ਜਾਂਦਾ ਹੈ। ਦੇਖੋ ਰੂਪ ਦੇ ਆਧਾਰ ਤੇ ਸੰਬੰਧਕ ਚੁਣੋ। ਅਗਰ ਰੂਪ ਦੇ ਆਧਾਰ ਤੇ ਦੇਖਿਆ ਜਾਵੇ, ਦੇਖੋ ਬਣਤਰ ਦੇ ਆਧਾਰ ਤੇ ਕਿਹੜੇ ਸੀ? ਮੂਲ ਤੇ ਆਪਣਾ ਆਪਾਂ ਪਹਿਲਾਂ ਦੇਖੇ ਮੂਲ ਧਾਤੂ ਵਾਲੇ ਦੇਖੇ ਕਿ ਉਹ ਹੁੰਦੇ ਨੇ ਸਾਡੇ ਬਣਤਰ ਦੇ ਆਧਾਰ ਤੇ, ਬਟ ਰੂਪ ਦੇ ਆਧਾਰ ਤੇ ਸਾਡੇ ਕਿਹੜੇ ਹੁੰਦੇ ਨੇ? ਵਿਕਾਰੀ ਤੇ ਅਵਿਕਾਰੀ, ਤੇ ਬਣਤਰ ਦੇ ਆਧਾਰ ਤੇ ਮੂਲ ਤੇ ਸੰਧੀ ਸੰਬੰਧਕ ਹੁੰਦੇ ਨੇ। ਨੈਕਸਟ ਹੈ ਕਹਿੰਦੇ ਦੀ, ਨੇ ਤੇ ਨੂੰ ਸ਼ਬਦ ਕਿਸ ਤਰ੍ਹਾਂ ਦੇ ਸੰਬੰਧਕ ਨੇ? ਇਸ ਚੀਜ਼ ਦਾ ਕਮੈਂਟ ਬਾਕਸ ਦੇ ਵਿੱਚ ਤੁਸੀਂ ਕਮੈਂਟ ਦੱਸਣਾ। ਦੀ, ਨੇ, ਨੂੰ। ਦੇਖੋ ਦੀ, ਦੇ, ਨੂੰ
ਉਹ ਸੰਬੰਧਕ ਨੇ ਜਿਹੜੇ ਆਪਣੇ ਆਪ ਦੇ ਵਿੱਚ ਇੱਕ ਤਰੀਕੇ ਦੇ ਪੂਰੇ ਨੇ, ਮਤਲਬ ਜੇ ਉਹ ਚੇਂਜ ਹੋ ਜਾਣ ਤਾਂ ਵਾਕ ਦਾ ਮੀਨਿੰਗ ਹੀ ਚੇਂਜ ਹੋ ਜਾਂਦਾ ਹੈ। ਦੈਟ ਮੀਨਸ ਉਹ ਕਿਹੜੇ ਸੰਬੰਧਕ ਨੇ, ਉਹਨੇ ਜੀ ਸਾਡੇ ਆਪਸ਼ਨ ਬੀ ਇਜ਼ ਅ ਰਾਈਟ ਆਨਸਰ, ਮੂਲ ਸੰਬੰਧਕ ਕਹਿਲਾਉਂਦੇ ਹਨ। ਨੈਕਸਟ ਹੈ ਕਹਿੰਦੇ ਨੇੜੇ ਦੂਰ ਉੱਤੇ ਕਿਹੜੇ ਸੰਬੰਧਕ ਹਨ, ਕਹਿੰਦੇ ਨੇੜੇ ਤੇ ਦੂਰ ਜਾਂ ਫਿਰ ਉੱਤੇ ਜਿਹੜੇ ਕੀ ਨੇ, ਜਿਹੜੇ ਕੱਲੇ ਸਫੀਸ਼ੀਐਂਟ, ਜਿਹੜਾ ਆਪਣੇ ਰੂਪ ਨਹੀਂ ਬਦਲਦੇ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ, ਉਹਨਾਂ ਨੂੰ ਅਵਿਕਾਰੀ ਸੰਬੰਧਕ ਕਿਹਾ ਜਾਂਦਾ ਹੈ। ਇਹ ਆਪਣਾ ਕਦੇ ਰੂਪ ਨਹੀਂ ਬਦਲਦੇ, ਜਿਹੜੇ ਰੂਪ ਬਦਲਦੇ ਨੇ ਉਹ ਵਿਕਾਰੀ ਹੁੰਦੇ ਨੇ। ਕਹਿੰਦੇ ਕੱਲ ਦਾ ਮੈਚ, ਕਹਿੰਦੇ ਕੱਲ ਭਾਰਤ ਦਾ ਮੈਚ ਹੈ, ਵਾਕ ਵਿੱਚ ਪੂਰਨ ਸੰਬੰਧਕ ਕਿਹੜਾ ਹੈ। ਇਹਦੇ ਵਿੱਚ ਸੰਬੰਧਕ ਹੀ ਸਾਨੂੰ ਪਤਾ ਲੱਗ ਗਿਆ ਕਿ ਦੱਦੇ ਨੂੰ ਕਰਨਾ ਦਾ ਇੱਕ ਸੰਬੰਧਕ ਹੈ, ਤਾਂ ਆਪਸ਼ਨ ਬੀ ਇਜ਼ ਅ ਰਾਈਟ ਆਨਸਰ। ਸੋ ਇਸ ਦੇ ਨਾਲ ਹੀ ਸਾਡਾ ਅੱਜ ਦਾ ਟੌਪਿਕ ਜੋ ਸੰਬੰਧਕ ਹੈ ਉਹ ਕੰਪਲੀਟ ਹੁੰਦਾ ਹੈ। ਹੋਪਫੁਲੀ ਤੁਹਾਨੂੰ ਪੂਰੇ ਤਰੀਕੇ ਦੇ ਨਾਲ questions as well as theory ਸਮਝ ਆਈ ਹੋਏਗੀ। ਸੋ ਮਿਲਦੇ ਹਾਂ ਨੈਕਸਟ ਲੈਕਚਰ ਦੇ ਵਿੱਚ। ਥੈਂਕ ਯੂ ਸੋ ਮਚ।